Hello students, today we will start with the new chapter from our book Snapshot. The name of the chapter is Ranga's Marriage. Beta, this is third chapter, okay? And it is written by Masti Venkatesh Iyengar. So before starting with the chapter, I just wanted to make clear the meaning, the meaning of the title clear to you. First of all, Ranga ਜਿਹੜਾ ਹੈਗਾ ਬੇਟਾ ਮੇਨ ਕਰੈਕਟਰ ਹੈਗਾ ਸਾਡੀ ਸਟੋਰੀ ਦੇ ਵਿੱਚ, ਓਕੇ? ਐਂਡ ਇਟਸ ਅਬਾਊਟ ਰੰਗਾਸ ਮੈਰਿਜ। ਮਤਲਬ ਸਾਨੂੰ ਟਾਈਟਲ ਤੋਂ ਹੀ ਥੋੜਾ ਕਲੈਰੀਫਾਈ ਹੋ ਜਾਂਦਾ ਹੈ ਕਿ ਦਿਸ ਚੈਪਟਰ ਡੀਲਸ ਵਿਦ ਦ ਮੈਰਿਜ ਆਫ ਰੰਗਾ, ਹਾਊ ਹੀ ਗॉट ਮੈਰਿਡ ਇਨ ਦ ਐਂਡ। ਸੋ Ranga, the accountant's son, is one of the rare breed among all the village folk who has been to the city to pursue his studies. ਮਤਲਬ ਰੰਗਾ ਜੋ ਹੈ ਬੇਟਾ ਉਹ ਅਕਾਊਂਟੈਂਟਸ ਦਾ ਸਨ ਆ, ਮਤਲਬ ਕਿ ਉਹ ਕੋਈ ਅਕਾਊਂਟੈਂਟ ਹੋਏਗਾ ਵਿਲੇਜ ਦੇ ਵਿੱਚ ਐਂਡ ਰੰਗਾ ਇਜ਼ ਦ ਸਨ ਆਫ ਐਨ ਅਕਾਊਂਟੈਂਟ ਐਂਡ ਇਜ਼ ਵਨ ਆਫ ਦ ਰੇਅਰ ਬਰੀਡ ਅਮੰਗ ਦ ਵਿਲੇਜ ਫੋਕ। ਮਤਲਬ ਕਿ ਰੇਅਰ ਬਰੀਡ ਕਿਉਂ ਕਿਹਾ ਜਾਂਦਾ ਹੈ ਕਿ ਰੇਅਰ ਬਰੀਡ ਹੁੰਦਾ ਹੈ ਕਿ ਅ ਪਰਸਨ ਵਿਦ ਕਰੈਕਟਰਿਸਟਿਕਸ ਦੈਟ ਆਰ ਅਨਕੋਮਨ ਅਮੰਗ ਦੇਅਰ ਕਾਇੰਡ। ਮਤਲਬ ਕਿ ਇੱਕ ਪਰਸਨ ਜਿਹਦੇ ਵਿੱਚ ਕੋਈ ਵੱਖਰੀ ਜੀ ਕਰੈਕਟਰਿਸਟਿਕਸ ਹੋਵੇ, ਠੀਕ ਹੈ, ਉਹਦੇ 'ਚ ਕੋਈ ਵੱਖਰੀ ਕਹਿ ਸਕਦੇ ਹੋ ਕਿ ਉਹਦੀ ਸ਼ਖਸੀਅਤ ਜੋ ਉਹਦੀ ਆਈਡੈਂਟੀਟੀ ਜੋ ਹੈ ਇੱਕ ਵੱਖਰੇ ਗੁਣ ਦੇ ਨਾਲ ਜੋ ਆਪਾਂ ਦਿਖਾਈਏ ਉਹ ਹੁੰਦਾ, ਠੀਕ ਹੈ। ਦੈਨ ਕੀ ਕਹਿੰਦਾ ਕਿ ਇੱਕ ਵੱਖਰਾ ਇਨਸਾਨ ਸੀਗਾ, ਠੀਕ ਹੈ, ਅਮੰਗ ਦਾ ਵਿਲੇਜ ਫੋਕ। ਮਤਲਬ ਜੋ ਵੀ ਉੱਥੇ ਅਨਐਜੂਕੇਟਡ ਲੋਕ ਸੀਗੇ ਉਹਨਾਂ ਸਿਰਫ ਉਹੀ ਇੱਕ ਸੀਗਾ, ਮਤਲਬ ਰੰਗਾ ਹੀ ਇੱਕ ਇਹੋ ਜਿਹਾ ਇਨਸਾਨ ਸੀਗਾ ਹੂ ਹੈਜ਼ ਬੀਨ ਟੂ ਦ ਸਿਟੀ ਟੂ ਪਰਸਿਊ ਹਿਸ ਸਟੱਡੀਜ਼। ਮਤਲਬ ਸਿਰਫ ਰੰਗਾ ਹੀ ਸਿਟੀ ਆਪਣੀ ਜਿਹੜੀ ਸੀਗਾ ਜਿਹੜਾ ਵਿਲੇਜ ਸੀਗਾ ਉਹਨੂੰ ਛੱਡ ਕੇ ਸਿਟੀ ਦੇ ਵਿੱਚ ਗਿਆ ਸੀਗਾ ਇਨ ਆਰਡਰ ਟੂ ਗੈਟ ਹਿਸ ਹਾਇਰ ਸਟੱਡੀਜ਼। When he returns to his village from the city of Bangalore, the crowds mill around his house to see whether he has changed or not. ਮਤਲਬ ਫਿਰ ਜਦੋਂ ਰੰਗਾ ਆਪਣੀ ਐਜੂਕੇਸ਼ਨ ਮਤਲਬ ਪੂਰੀ ਕਰਕੇ ਵਾਪਸ ਜਦੋਂ ਆਉਂਦਾ ਵਿਲੇਜ ਦੇ ਵਿੱਚ, ਠੀਕ ਹੈ, ਬੈਂਗਲੌਰ ਗਿਆ ਹੋਇਆ ਸੀਗਾ ਸਟੱਡੀ ਕਰਨ ਦੇ ਲਈ, ਠੀਕ ਹੈ। ਦੈਨ ਕਰਾਊਡ ਮਿਲਸ ਮਤਲਬ ਕਿ ਜਿੰਨੇ ਵੀ ਲੋਕ ਸੀਗੇ ਉਹਨਾਂ ਦੇ ਵਿਲੇਜ ਦੇ ਵਿੱਚ ਉਹ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਘਰ ਦੇ ਕੋਲ ਇਨ ਆਰਡਰ ਟੂ ਸੀ ਵੈਦਰ ਰੰਗਾ ਹੈਜ਼ ਚੇਂਜਡ ਔਰ ਨਾਟ। ਮਤਲਬ ਉਸ ਟਾਈਮ 'ਤੇ ਕੀ ਸੀਗਾ ਇੱਕ ਪਰਸੈਪਸ਼ਨ ਮੰਨੀ ਜਾਂਦੀ ਸੀਗੀ ਕਿ ਅਗਰ ਕੋਈ ਵਿਲੇਜ ਨੂੰ ਛੱਡ ਕੇ ਕਿਸੇ ਸਿਟੀ ਦੇ ਵਿੱਚ ਬਾਹਰ ਮਤਲਬ ਜਾਂਦਾ ਹੈ ਕਿਤੇ ਵੀ, ਇਹ ਕਹਿ ਸਕਦੇ ਹੋ ਕਿ ਸ਼ੋਰ ਸੀਗਾ ਕਿ ਉਹ ਪਰਸਨ ਦੀ ਆਈਡੈਂਟੀਟੀ ਜਾਂ ਉਹਦੀ ਆਊਟਲੁੱਕ ਦੇ ਵਿੱਚ, ਠੀਕ ਹੈ, ਜਾਂ ਉਹਦੀ ਥਿੰਕਿੰਗ ਦੇ ਵਿੱਚ ਜਾਂ ਐਟੀਟਿਊਡ ਜਿਹੜਾ ਟੁਵਾਰਡਸ ਦਾ ਵਿਲੇਜ ਪੀਪਲ ਚੇਂਜ ਟੂ ਸਮ ਐਕਸਟੈਂਟ। ਮਤਲਬ ਥੋੜ੍ਹੇ ਕੁਛ ਹੱਦ ਤੱਕ ਜਿਹੜਾ ਉਹਦਾ ਨੇਚਰ ਹੈ ਚੇਂਜ ਹੋ ਜਾਂਦਾ ਹੈ। ਹੁਣ ਇਹ ਸਾਰੇ ਲੋਕ ਇਕੱਠੇ ਹੋਏ ਨੇ ਰੰਗਾ ਦੇ ਘਰ ਦੇ ਕੋਲ ਇਨ ਆਰਡਰ ਟੂ ਸੀ ਵੈਦਰ ਰੰਗਾ ਹੈਜ਼ ਚੇਂਜਡ ਔਰ ਨਾਟ। ਹਿਜ਼ ਆਈਡੀਆਜ਼ ਅਬਾਊਟ ਮੈਰਿਜ ਆਰ ਕੁਆਇਟ ਡਿਫਰੈਂਟ ਔਰ ਆਰ ਦੇ। ਮਤਲਬ ਹੁਣ ਇਹਨਾਂ ਨੇ ਵੀ ਦੇਖਣਾ ਆ ਮਤਲਬ ਕਿ ਉਹਦਾ ਕੀ ਬਿਹੇਵੀਅਰ ਆ, ਕੀ ਉਹਦੀ ਵੇ ਆਫ ਥਿੰਕਿੰਗ ਮਤਲਬ ਕਿਵੇਂ ਦੀ ਹੋ ਗਈ ਹੈ ਮੈਰਿਜ ਨੂੰ ਲੈ ਕੇ, ਠੀਕ ਹੈ। ਸੋ ਨਾਓ ਵੀ ਵਿਲ ਸਟਾਰਟ ਵਿਦ ਦ ਚੈਪਟਰ। ਵੈਨ ਯੂ ਸੀ ਦਿਸ ਟਾਈਟਲ ਸਮ ਆਫ ਯੂ ਮੇ ਆਸਕ ਰੰਗਾਸ ਮੈਰਿਜ। ਕਹਿੰਦੇ ਜਦੋਂ ਤੁਸੀਂ ਟਾਈਟਲ ਦੇਖੋਗੇ ਕੁਛ ਤੁਹਾਡੇ 'ਚੋਂ ਕੁਛ ਲੋਕ ਮੈਨੂੰ ਸਵਾਲ ਵੀ ਕਰਨਗੇ ਕਿ ਰੰਗਾਸ ਮੈਰਿਜ, ਵਾਈ ਨੋਟ ਰੰਗਾਨਾਥਾ ਵਿਵਾਹ ਔਰ ਰੰਗਾਨਾਥਾ ਵਿਜਯ। ਵਿਜਯ ਹੁੰਦੀ ਕੋਈ ਜਿੱਤ, ਠੀਕ ਹੈ। ਕਹਿੰਦੇ ਕਿ ਮੈਂ ਕੋਈ ਹੋਰ ਟਾਈਟਲ ਕਿਉਂ ਨਹੀਂ ਚੂਜ਼ ਕੀਤਾ ਜਿਵੇਂ ਰੰਗਾਨਾਥਾ ਵਿਵਾਹ ਹੋ ਗਿਆ ਜਾਂ ਰੰਗਾਨਾਥਾ ਵਿਜੇ ਹੋ ਗਿਆ। ਵੈਲ ਯੈਸ I know I could have used some other mouth-filling one like Jagannath Vijay or Girija Kalyana। ਹੁਣ ਕਹਿੰਦੇ ਕਿ ਠੀਕ ਆ, ਮੈਂ ਮੰਨਦਾ ਹੈ ਕਿ ਮੈਨੂੰ ਕੁਝ ਹੱਦ ਤੱਕ ਕੋਈ ਇਹੋ ਜਿਹਾ ਨਾਮ ਚੂਜ਼ ਕਰਨਾ ਚਾਹੀਦਾ ਸੀਗਾ ਜਿਹੜਾ ਬਹੁਤ ਮਾਊਥ ਫੀਲਿੰਗ ਹੋਵੇ, ਮਤਲਬ ਟੈਂਪਰਿੰਗ ਜਿਹਾ ਹੋਵੇ, ਜਿਵੇਂ ਹੋ ਗਏ ਜਗਨਨਾਥ ਵਿਜੇ ਜਾਂ ਗਿਰੀਜਾ ਕਲਿਆਣਾ। ਗਿਰੀਜਾ ਹੁੰਦਾ ਹੈ ਜਿਵੇਂ ਬੇਟਾ ਕੋਈ ਫੀਮੇਲ, ਠੀਕ ਹੈ, ਇੱਥੇ ਫੀਮੇਲ ਨੂੰ ਕਿਹਾ ਗਿਆ ਗਿਰੀਜਾ। ਕਲਿਆਣਾ ਹੁੰਦਾ ਕਿ ਬਿਊਟੀਫੁਲ ਜਾਂ ਲਵਲੀ, ਸੰਸਕ੍ਰਿਤ ਦਾ ਵਰਡ ਆ, ਠੀਕ ਹੈ। ਬਟ ਦੈਨ ਦਿਸ ਇਜ਼ ਨੋਟ ਅਬਾਊਟ ਜਗਨਨਾਥ ਵਿਕਟਰੀ ਔਰ ਗਿਰੀਜਾਸ ਵੈਡਿੰਗ। ਫਿਰ ਕਹਿੰਦਾ ਕਿ ਮੇਰੀ ਸਟੋਰੀ ਜਗਨਨਾਥ ਦੀ ਕਿਸੇ ਵਿਕਟਰੀ ਨਾਲ ਰਿਲੇਟਡ ਨਹੀਂ ਹੈਗੀ, ਠੀਕ ਹੈ, ਉਹਦੀ ਕਿਸੇ ਜਿੱਤ ਨਾਲ ਰਿਲੇਟਡ ਨਹੀਂ ਹੈਗੀ, ਨਾ ਕਿਸੇ ਗਿਰੀਜਾ ਕਿਸੇ ਲੜਕੀ ਦੀ ਵੈਡਿੰਗ ਨਾਲ ਰਿਲੇਟਡ ਆ। ਇਟਸ ਅਬਾਊਟ ਆਰ ਓਨ ਰੰਗਾਸ ਮੈਰਿਜ ਐਂਡ ਹੈਂਸ ਨੋ ਫੈਂਸੀ ਟਾਈਟਲ। ਕਹਿੰਦਾ ਜਸਟ ਇੱਕ ਰੰਗਾ ਦੀ ਮੈਰਿਜ ਨਾਲ ਰਿਲੇਟਡ ਆ, ਇਸ ਕਰਕੇ ਮੈਂ ਕੋਈ ਵੀ ਫੈਂਸੀ ਟਾਈਟਲ ਜਿਹੜਾ ਨਹੀਂ ਚੂਜ਼ ਕੀਤਾ। ਹੁਸ਼ਾਲੀ ਇਜ਼ ਆਰ ਵਿਲੇਜ। ਹੁਣ ਦੱਸਦਾ ਹੈ ਕਿ ਹੁਸ਼ਾਲੀ ਜਿਹੜਾ ਸਾਡੇ ਪਿੰਡ ਦਾ ਨਾਮ ਆ। ਯੂ ਮਸਟ ਹੈਵ ਹਰਡ ਆਫ ਇਟ। ਕਹਿੰਦਾ ਤੁਸੀਂ ਜ਼ਰੂਰ ਇਹਦੇ ਬਾਰੇ ਸੁਣਿਆ ਹੋਏਗਾ। ਨੋ, ਵਾਟ ਅ ਪਿਟੀ, ਬਟ ਇਟਸ ਨੋਟ ਯੂਰ ਫਾਲਟ। ਕਹਿੰਦੇ ਨਹੀਂ ਸੁਣਿਆ, ਬੜੀ ਦੁੱਖ ਦੀ ਗੱਲ ਆ, ਪਰ ਕਹਿੰਦੇ ਇਹਦੇ 'ਚ ਤੁਹਾਡਾ ਵੀ ਕੋਈ ਕਸੂਰ ਨਹੀਂ ਆ। ਦੇਰ ਇਜ਼ ਨੋ ਮੈਂਸ਼ਨ ਆਫ ਇਟ ਇਨ ਐਨੀ ਜੋਗਰਾਫੀ ਬੁੱਕ। ਕਹਿੰਦੇ ਕਿ ਸਾਡੇ ਹੁਸ਼ਾਲੀ ਵਿਲੇਜ ਦਾ ਨਾਮ ਕਿਸੇ ਵੀ ਜੋਗਰਾਫੀ ਦੀ ਬੁੱਕ ਦੇ ਵਿੱਚ ਨਹੀਂ ਹੈਗਾ। Those sahibs in England writing in English probably do not know that such a place exists and so make no mention of it।
ਹੁਣ ਕਹਿੰਦੇ ਉਹ ਸਾਹਿਬ ਮਤਲਬ ਕਿਸੇ ਡਿਗਨੀਫਾਈਡ ਪਰਸਨ ਨੂੰ ਡਿਨੋਟ ਕੀਤਾ ਜਾਂਦਾ ਹੈ। ਕਹਿੰਦੇ ਇੰਗਲੈਂਡ ਦੇ ਵਿੱਚ ਜਿਹੜੇ ਸਾਹਿਬਸ ਨੇ ਉਹਨਾਂ ਦੀਆਂ ਜੋ ਕਹਿ ਸਕਦੇ ਹੋ ਕਿ ਬੁੱਕਸ ਉਹਨਾਂ ਨੇ ਜੋ ਲਿਖੀਆਂ ਇੰਗਲਿਸ਼ ਦੇ ਵਿੱਚ, ਦੇ ਪ੍ਰੋਬੈਬਲੀ ਡੂ ਨਾਟ ਨੋ ਦੈਟ ਅ ਸੱਚ ਪਲੇਸ ਐਗਜ਼ਿਸਟ। ਕਹਿੰਦੇ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਹੋਏਗਾ ਕਿ ਖੁਸ਼ਹਾਲੀ ਨਾਮ ਦਾ ਕੋਈ ਵਿਲੇਜ ਐਗਜ਼ਿਸਟ ਵੀ ਕਰਦਾ ਇਸ ਅਰਥ ਦੇ ਉੱਪਰ, ਐਂਡ ਸੋ ਮੇਕ ਨੋ ਮੈਂਸ਼ਨ ਆਫ ਇਟ। ਐਂਡ ਉਹਨਾਂ ਨੇ ਕਦੀ ਇਸ ਚੀਜ਼ ਨੂੰ ਜਾਂ ਸਾਡੇ ਵਿਲੇਜ ਨੂੰ ਕਦੇ ਮੈਂਸ਼ਨ ਵੀ ਨਹੀਂ ਕੀਤਾ ਇਹਨਾਂ ਬੁੱਕਸ ਦੇ ਵਿੱਚ। ਆਰ ਓਨ ਪੀਪਲ ਟੂ ਫੋਰਗੇਟ ਅਬਾਊਟ ਇਟ। ਕਹਿੰਦੇ ਸਾਡੇ ਆਪਣੇ ਲੋਕ ਵੀ ਇਸ ਚੀਜ਼ ਬਾਰੇ ਬਿਲਕੁਲ ਸਾਨੂੰ ਭੁੱਲ ਚੁੱਕੇ ਸੀਗੇ। ਯੂ ਨੋ ਹਾਊ ਇਟ ਇਜ਼ ਦੇ ਆਰ ਲਾਈਕ ਅ ਫਲੋਕ ਆਫ ਸ਼ੀਪਸ। ਕਹਿੰਦੇ ਤੁਹਾਨੂੰ ਪਤਾ ਕਿਉਂ ਕਿ ਮਤਲਬ ਉਹ ਵੀ ਕਿਉਂ ਇੰਨੇ ਇਗਨੋਰ ਕਰਦੇ ਨੇ, ਬਿਕਾਜ਼ ਦੇ ਆਰ ਜਸਟ ਲਾਈਕ ਅ ਫਲੋਕ ਆਫ ਸ਼ੀਪ। ਮਤਲਬ ਉਹ ਵੀ ਜਸਟ ਲਾਈਕ ਅ ਫਲੋਕ ਆਫ ਸ਼ੀਪ ਨੇ। ਹੁਣ ਇੱਥੇ ਮਤਲਬ ਮੈਂ ਤੁਹਾਨੂੰ ਕਲੀਅਰ ਕਰਦਾ ਮੀਨਿੰਗ ਕਿ ਫਲੋਕ ਆਫ ਸ਼ੀਪ ਕਿਹਨੂੰ ਆ। ਇਹ ਬੇਟਾ ਆਪਾਂ ਜਦੋਂ ਸਿਗਨੀਫਾਈ ਕਰਦੇ ਹਾਂ ਅ ਗਰੁੱਪ ਆਫ ਪੀਪਲ ਨੂੰ ਹੂ ਬਿਹੇਵ ਇਨ ਦ ਸੇਮ ਵੇ ਔਰ ਫੋਲੋ ਅਦਰਸ ਵਟ ਅਦਰਸ ਆਰ ਡੂਇੰਗ। ਮਤਲਬ ਜੋ ਆਪਣੇ ਕਹਿ ਸਕਦੇ ਹੋ ਕਿ ਆਪਣੀ ਥਿੰਕਿੰਗ ਜੋ ਹੈ ਉਹਨੂੰ ਨਹੀਂ ਦੇਖਦੇ, ਆਪਣੇ ਦਿਮਾਗ ਨਾਲ ਨਹੀਂ ਸੋਚਦੇ, ਠੀਕ ਹੈ। ਇਹ ਲੋਕ ਡਿਸੀਜਨ ਲੈਂਦੇ ਨੇ ਜਾਂ ਸੋਚਦੇ ਨੇ ਕਿਸੇ ਹੋਰ ਦੇ ਪੁਆਇੰਟ ਆਫ ਵਿਊ ਦੇ ਨਾਲ, ਠੀਕ ਹੈ, ਬਿਹੇਵ ਕਰਦੇ ਨੇ ਜਾਂ ਕਹਿ ਸਕਦੇ ਕਿ ਜੋ ਕੁਛ ਵੀ ਉਹਨਾਂ ਨੂੰ ਦਿਖਾਇਆ ਜਾਂਦਾ ਜਸਟ ਉਹਦੇ 'ਤੇ ਬਿਲੀਵ ਕਰਦੇ ਨੇ। ਆਪਣੀ ਜੋ ਹੈ ਇੰਟੈਲੀਜੈਂਸ ਉਹਨੂੰ ਯੂਜ਼ ਨਹੀਂ ਕਰਦੇ। ਉਹਨਾਂ ਨੂੰ ਆਪਾਂ ਬੋਲਦੇ ਹਾਂ ਫਲੋਕ ਆਫ ਸ਼ੀਪਸ। ਮਤਲਬ ਕਿ ਜਿਵੇਂ ਤੁਸੀਂ ਪੰਜਾਬੀ 'ਚ ਯੂਜ਼ ਕਰਦੇ ਹੋ ਲਾਈਲੱਗ, ਠੀਕ ਹੈ, ਜਿਵੇਂ ਕਿਸੇ ਨੇ ਕਰਨਾ ਜਾਂ ਜਿਵੇਂ ਕਿਸੇ ਨੂੰ ਕੋਈ ਦੱਸਿਆ ਜਾਂਦਾ ਸੇਮ ਉਸੇ ਚੀਜ਼ ਨੂੰ ਫੋਲੋ ਕਰਨਾ, ਆਪਣੀ ਜਿਹੜੀ ਇੰਟੈਲੀਜੈਂਸ ਉਹਨੂੰ ਯੂਜ਼ ਨਾ ਕਰਨਾ, ਉਹਨਾਂ ਨੂੰ ਆਪਾਂ ਬੋਲ ਦਿੰਦੇ ਹਾਂ ਜੀ ਫਲੋਕ ਆਫ ਸ਼ੀਪਸ। ਓਕੇ, ਵਨ ਸ਼ੀਪ ਵਾਕਸ ਇਨਟੂ ਅ ਪਿਟ, ਦ ਰੈਸਟ ਬਲਾਈਂਡਲੀ ਫੋਲੋ ਇਟ। ਜਿਵੇਂ ਕਹਿੰਦੇ ਇੱਕ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਸ਼ੀਪ, ਇਹ ਨਹੀਂ ਹੈ ਕਿ ਦੂਸਰੇ ਉਹਨੂੰ ਦੇਖ ਕੇ ਰੁਕ ਜਾਣਗੇ, ਨੋ ਦੇ ਵਿਲ ਬਲਾਈਂਡਲੀ ਫੋਲੋ ਇਟ। ਮਤਲਬ ਉਹ ਉਹਨੂੰ ਵੀ ਉਸੇ ਤਰੀਕੇ ਨਾਲ ਫੋਲੋ ਕਰਨਗੇ। ਦੇ ਵਿਲ ਆਲਸੋ ਫੈਲ ਇਨਟੂ ਅ ਪਿਟ। When both the Sahibs in England and our own geographers have not referred it, you cannot expect the poor cartographer to remember it, put it on the map, can you? ਹੁਣ ਕਹਿੰਦੇ ਜਦੋਂ ਦੇਖ ਲਓ ਕਿ ਹਾਂ ਜਦੋਂ ਦੋਨਾਂ ਨੇ ਸਾਹਿਬਸ ਨੇ ਅਤੇ ਜਦੋਂ ਆਪਣੇ ਜੋਗਰਾਫਰਸ ਨੇ ਇਹਨੂੰ ਰੈਫਰ ਨਹੀਂ ਕੀਤਾ ਇਸ ਵਿਲੇਜ ਨੂੰ, ਦੈਨ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਇੱਕ ਕਾਰਟੋਗ੍ਰਾਫਰ ਮਤਲਬ ਕਿ ਪਰਸਨ ਹੂ ਡਰਾਜ਼ ਮੈਪ ਔਰ ਪ੍ਰੋਡਿਊਸਸ ਮੈਪ, ਠੀਕ ਹੈ, ਜਿਹੜਾ ਮੈਪ ਡਰਾ ਕਰਦਾ। ਕਹਿੰਦੇ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਜਿਹੜਾ ਕਾਰਟੋਗ੍ਰਾਫਰ ਆ ਉਹਨੂੰ ਯਾਦ ਰਿਹਾ ਹੋਏਗਾ ਕਿ ਮੈਂ ਇਸ ਮੈਪ ਦੇ ਉੱਪਰ ਖੁਸ਼ਹਾਲੀ ਨੂੰ ਵੀ ਮੈਂਸ਼ਨ ਕਰਨਾ ਆ, ਜਦ ਕਿ ਸਾਹਿਬਸ ਨੇ ਅਤੇ ਜੋਗਰਾਫਰਸ ਨੇ ਜਿਹੜੇ ਸਾਡੇ ਜੋਗਰਾਫਰ ਸੀ ਉਹਨਾਂ ਨੇ ਕਦੇ ਵੀ ਇਸ ਚੀਜ਼ ਨੂੰ ਯਾਦ ਨਹੀਂ ਰੱਖਿਆ ਜਾਂ ਕਦੇ ਵੀ ਦੀ ਰੈਫਰੈਂਸ ਨਹੀਂ ਦਿੱਤੀ। ਐਂਡ ਸੋ ਦੇਅਰ ਇਜ਼ ਨੋਟ ਈਵਨ ਦ ਸ਼ੈਡੋ ਆਫ ਅਰ ਵਿਲੇਜ ਔਨ ਐਨੀ ਮੈਪ। ਹੁਣ ਕਹਿੰਦੇ ਇਸ ਕਰਕੇ ਸਾਡੇ ਵਿਲੇਜ ਦਾ ਕੋਈ ਸ਼ੈਡੋ ਵੀ ਕੋਈ ਪਰਛਾਵਾਂ ਵੀ ਮੈਪ ਦੇ ਉੱਪਰ ਨਹੀਂ ਹੈਗਾ। ਸੌਰੀ ਆਈ ਸਟਾਰਟਡ ਸਮਵੇਅਰ ਐਂਡ ਦੈਨ ਵੈਂਟ ਆਫ ਇਨ ਅਨਦਰ ਡਾਇਰੈਕਸ਼ਨ। ਹੁਣ ਸੌਰੀ ਮੰਗਦਾ ਸਾਡੇ ਕੋਲੋਂ, ਕਹਿੰਦਾ ਕਿ ਮੈਂ ਸ਼ੁਰੂਆਤ ਕੁਛ ਹੋਰ ਕੀਤੀ ਸੀ ਐਂਡ ਮੈਂ ਕਹਾਣੀ ਨੂੰ ਕਿਸੇ ਹੋਰ ਹੀ ਡਾਇਰੈਕਸ਼ਨ ਵੱਲ ਲੈ ਗਿਆ ਆ। ਇਫ ਦ ਸਟੇਟ ਆਫ ਮਾਈ ਸੂਰ ਇਜ਼ ਭਾਰਤ ਵਰਸ਼, ਵਟ ਦ ਸਵੀਟ ਕਾਰੀਗਾ ਡਾਬੂ ਇਜ਼ ਟੂ ਅ ਫੈਸਟੀਵਲ ਮੀਲ। ਹੁਣ ਕੀ ਕਹਿੰਦਾ ਆ, ਠੀਕ ਹੈ, ਕਹਿੰਦਾ ਕਿ ਹਾਂ ਅਗਰ ਸਟੇਟ ਆਫ ਮਾਈਸੂਰ ਤੋਂ ਕੋਈ ਚੱਲਿਆ ਵੇ ਭਾਰਤ ਵਰਸ਼ਾ ਨੂੰ, ਠੀਕ ਹੈ, ਭਾਰਤ ਵਰਸ਼ਾ ਹੁੰਦਾ ਇੰਡੀਆ, ਠੀਕ ਹੈ, ਦੈਨ ਵਟ ਦ ਸਵੀਟ ਕਾਰੀਗਾ ਡਾਬੂ ਇਜ਼ ਟੂ ਅ ਫੈਸਟਿਵ ਮੀਲ। ਫਿਰ ਕਹਿੰਦੇ ਕਿ ਹਾਂ ਕਹਿੰਦੇ ਇਹਨਾਂ ਦਾ ਕੋਈ ਆਪਸ 'ਚ ਕੋਈ ਮਤਲਬ ਕਹਿ ਸਕਦੇ ਕੋਂਬੀਨੇਸ਼ਨ ਬਿਲਕੁਲ ਨਹੀਂ ਬਣਦਾ ਪਿਆ। ਕਾਰੀਗਾ ਡਾਬੂ ਮਤਲਬ ਇਹਦਾ ਬੇਟਾ ਹੈਗਾ ਲਿਖਿਆ ਸਾਊਥ ਇੰਡੀਅਨ ਫਰਾਈਡ ਸਵੀਟ ਫਿਲਡ ਵਿਦ ਕੋਕੋਨਟ ਐਂਡ ਸ਼ੂਗਰ, ਠੀਕ ਹੈ, ਕੋਈ ਸਵੀਟ ਦਾ ਨਾਮ ਲਿਆ, ਠੀਕ ਹੈ। ਦੈਨ ਹੁਸ਼ਾਲੀ ਇਜ਼ ਟੂ ਮੈਸੂਰ ਸਟੇਟ, ਵਟ ਦ ਫੀਲਿੰਗ ਇਜ਼ ਟੂ ਕਾਰੀਗਾ ਡਾਬੂ। ਹੁਣ ਕਹਿੰਦੇ ਜਿਵੇਂ ਕਾਰੀਗਾ ਡਾਬੂ ਦਾ ਆਪਣਾ ਕਹਿ ਸਕਦੇ ਭਾਰਤ ਵਰਸ਼ਾ ਜਾਂ ਮੈਸੂਰ ਦਾ ਕੋਈ ਲੈਣ ਦੇਣ ਨਹੀਂ ਹੈਗਾ ਕਾਰੀਗਾ ਡਾਬੂ ਦੇ ਨਾਲ, ਠੀਕ ਹੈ। ਹੁਣ ਕਹਿੰਦੇ ਕਿਵੇਂ ਹੁਸ਼ਾਲੀ ਦਾ ਮੈਸੂਰ ਸਟੇਟ ਦੇ ਨਾਲ ਵੀ ਕਹਿ ਸਕਦੇ ਹੋ ਕਿ ਕੋਈ ਕਨੈਕਸ਼ਨ ਨਹੀਂ ਬਣਦਾ ਪਿਆ, ਠੀਕ ਹੈ। ਵਟ ਇਜ਼ ਫੀਲਿੰਗ ਟੂ ਅ ਕਾਰੀਗਾ ਡਾਬੂ। ਵਟ ਆਈ ਹੈਵ ਸੈਡ ਇਜ਼ ਐਬਸੋਲਿਊਟਲੀ ਟਰੂ, ਬਲੀਵ ਮੀ। ਕਹਿੰਦੇ ਜੋ ਵੀ ਮੈਂ ਕਿਹਾ ਆ ਉਹ ਸੱਚ ਆ, ਯਕੀਨ ਮੰਨੋ। ਆਈ ਵਿਲ ਨੋਟ ਅਬਜੈਕਟ ਟੂ ਯੂਰ ਕੁਐਸਚਨਿੰਗ ਬਟ ਟੂ ਯੂਰ ਕੁਐਸਚਨਿੰਗ ਬਟ ਆਈ ਵਿਲ ਸਟਿਕ ਟੂ ਮਾਈ ਓਪੀਨੀਅਨ। ਕਹਿੰਦਾ ਕਿ ਮੈਂ ਤੁਹਾਡੀ ਕੁਐਸਚਨਿੰਗ ਨੂੰ ਆਬਜੈਕਟ ਨਹੀਂ ਕਰਾਂਗਾ, ਠੀਕ ਹੈ, ਨੂੰ ਅਪੋਜ਼ ਨਹੀਂ ਕਰਾਂਗਾ, ਠੀਕ ਹੈ, ਬਟ ਮੇਰਾ ਆਪਣਾ ਓਪੀਨੀਅਨ 'ਤੇ ਵੀ ਮੈਂ ਟਿਕਿਆ ਰਹਾਂਗਾ। ਆਈ ਐਮ ਨੋਟ ਦ ਓਨਲੀ ਵਨ ਹੂ ਸਪੀਕਸ ਗਲੋਇੰਗਲੀ ਆਫ ਹੁਸ਼ਾਲੀ। ਕਹਿੰਦਾ ਮੈਂ ਇਕੱਲਾ ਨਹੀਂ ਹਾਂ ਜਿਹੜਾ ਹੁਸ਼ਾਲੀ ਦੀ ਬਰਾਈਟਨੈਸ ਜਾਂ ਉਹਦੇ ਬਰਾਈਟ ਫਿਊਚਰ ਬਾਰੇ ਬੋਲਦਾ ਆ। ਵੀ ਹੈਵ ਅ ਡਾਕਟਰ ਇਨ ਆਰ ਪਲੇਸ, ਠੀਕ ਹੈ, ਸਾਡੇ ਕਹਿੰਦਾ ਇੱਕ ਡਾਕਟਰ ਹੈਗਾ ਆ ਵਿਲੇਜ ਦੇ ਵਿੱਚ, ਹਿਜ਼ ਨੇਮ ਇਜ਼ ਗੁੰਡਾ ਬੱਟਾ, ਉਹਦਾ ਨਾਮ ਹੈਗਾ ਗੁੰਡਾ ਬੱਟਾ। ਹੀ ਐਗਰੀਜ਼ ਵਿਦ ਮੀ, ਕਹਿੰਦਾ ਉਹ ਵੀ ਮੇਰੀਆਂ ਗੱਲਾਂ ਨਾਲ ਐਗਰੀ ਕਰਦਾ ਆ। ਹੀ ਹੈਜ਼ ਬੀਨ ਟੂ ਕੁਆਇਟ ਅ ਫਿਊ ਪਲੇਸਿਸ, ਕਹਿੰਦਾ ਉਹਨੇ ਵੀ ਕੁਝ ਥੋੜ੍ਹੀਆਂ ਜਿਹੀਆਂ ਪਲੇਸਿਸ ਨੂੰ ਵਿਜ਼ਿਟ ਕੀਤਾ ਆ। ਨੋ, ਨਾਟ ਇੰਗਲੈਂਡ,
ठीक है, बट कहता वो इंग्लैंड नहीं गया. इफ एनी वन आस्क्स हिम वेदर ही हैज़ बीन देयर ही सेज नो अनाया. कहता अगर कोई उन्हें पुछदा है कि इफ ही हैज़ नैवर बीन टू इंग्लैंड वो कह दिंदा नो अनाया. ਹੁਣ ਅਨਾਇਆ ਦਾ ਮੀਨਿੰਗ ਬੇਟਾ ਇੱਥੇ ਦੱਸਿਆ ਹੋਇਆ ਰਿਸਪੈਕਟਫੁਲ ਟਰਮ ਫॉर ਐਨ ਐਲਡਰ. ਠੀਕ ਹੈ, ਕੰਨੜ ਦਾ ਵਰਡ ਆ. ਠੀਕ ਹੈ, ਜਿਹਦੇ 'ਚ ਉਹ ਕਿਸੇ ਐਲਡਰ ਪਰਸਨ ਨੂੰ ਰਿਸਪੈਕਟ ਦੇਣ ਲਈ ਯੂਜ਼ ਕਰਦੇ ਨੇ. ਆਈ ਹੈਵ ਲੈਫਟ ਦੈਟ ਟੂ ਯੂ. ਕਹਿੰਦਾ ਕਿ ਮੈਂ ਤੁਹਾਡੇ 'ਤੇ ਛੱਡਿਆ ਹੋਇਆ. ਰਨਿੰਗ ਅਰਾਊਂਡ ਲਾਈਕ ਅ ਫਲੀ ਪੈਸਟਡ ਡੌਗ ਇਜ਼ ਨੋਟ ਫॉर ਮੀ. ਆਈ ਹੈਵ ਸੀਨ ਅ ਫਿਊ ਪਲੇਸਿਸ ਇਨ ਮਾਈ ਟਾਈਮ ਦੋ. ਕਹਿੰਦਾ ਕਿ ਮੈਂ ਇਹ ਸਭ ਕੁਝ ਤੁਹਾਡੇ 'ਤੇ ਛੱਡਿਆ ਹੋਇਆ, ਤੁਸੀਂ ਕੀ ਸੋਚਦੇ ਹੋ. ਠੀਕ ਹੈ, ਹੁਣ ਇੱਥੇ ਬੇਟਾ ਵਰਡ ਆਇਆ ਆ ਫਲੀ ਪੈਸਟਡ ਡੌਗ. ਫਲੀ ਪੈਸਟਡ ਡੌਗ ਮੀਨਸ ਟੂ ਸੇ ਵੈਂਡਰਿੰਗ ਹੇਅਰ ਐਂਡ ਦੇਅਰ ਏਮਲੈਸਲੀ. ਠੀਕ ਹੈ, ਲਾਈਕ ਅ ਮੈਂਗੀ ਡੌਗ. ਕਹਿੰਦੇ ਕਿ ਹਾਂ ਇੱਧਰ ਉੱਧਰ ਤੁਰੇ ਫਿਰਨਾ ਬਿਲਕੁਲ ਮਤਲਬ ਕਿਸੇ ਅਵਾਰਾ ਜਿਹੇ ਡੌਗ ਵਰਗੂ. ਕਹਿੰਦਾ ਇਹ ਮੇਰੇ ਵਾਸਤੇ ਦਾ ਕੰਮ ਨਹੀਂ ਹੈਗਾ. ਠੀਕ ਹੈ, ਕਹਿੰਦਾ ਮੈਂ ਫਿਊ ਪਲੇਸਿਸ ਵਿਜ਼ਿਟ ਕੀਤੀਆਂ ਆਪਣੀ ਲਾਈਫ ਦੇ ਵਿੱਚ. ਐਜ਼ ਅ ਮੈਟਰ ਆਫ ਫੈਕਟ ਹੀ ਹੈਜ਼ ਸੀਨ ਮੈਨੀ. ਕਹਿੰਦਾ ਹੁਣ ਅਸੀਂ ਕਹਿ ਸਕਦੇ ਲਾਸਟ ਦੇ ਵਿੱਚ ਕਿ ਇੰਨੀਆਂ ਕਿ ਉਹਨੇ ਜਸਟ ਕੁਛ ਪਲੇਸਿਸ ਵਿਜ਼ਿਟ ਕੀਤੀਆਂ ਨੇ. ਹੀ ਇਜ਼ ਦ ਪਰਸਨ ਹੂ ਹੈਜ਼ ਵਿਜ਼ਿਟਡ ਮੈਨੀ ਪਲੇਸਿਸ ਇਨ ਹਿਜ਼ ਲਾਈਫ. So I think this is sufficient for today. In case if you have any doubt then you may ask me. ਆਪਾਂ ਬੇਟਾ 17 ਪੇਜ ਦਾ ਜਸਟ ਫਸਟ ਪੈਰਾਗ੍ਰਾਫ ਤੱਕ ਰੀਡ ਕੀਤਾ ਆ. ਕੱਲ੍ਹ ਨੂੰ ਆਪਾਂ ਨੈਕਸਟ ਪੈਰਾਗ੍ਰਾਫ ਰੀਡ ਕਰਾਂਗੇ. ਠੀਕ ਹੈ, ਹੁਣ ਇੱਥੇ ਤੱਕ ਜਿੰਨਾ ਵੀ ਚੈਪਟਰ ਹੋਇਆ ਆ. ਇਨ ਕੇਸ ਇਫ ਯੂ ਹੈਵ ਐਨੀ ਪ੍ਰੋਬਲਮ then you may ask me. And the thing which I wanted to say now is I haven't got your letter, formal letter which I had given to you yesterday. Statement ਦਿੱਤੀ ਹੋਈ ਸੀਗੀ ਬਟ ਉਹਦੇ ਸੋਲਿਊਸ਼ਨ ਮੈਨੂੰ ਹਾਲੇ ਤੱਕ ਨਹੀਂ ਮਿਲੇ. It's mandatory for each and every student to share their written material whatever they have written according to the statement which I have provided to you. Just to share it with me so I can check whether you are you could say whether you are getting anything or not. In case if you are facing any difficulty beta then you may ask me from 9:30 to 2:30 p.m. okay, but if you will not ask me then how I will be able to know that you are facing some kind of problem. Hope you will understand and you will focus on your studies. So tomorrow we will do the next part of this chapter. Okay.